वाहेगुरु जी का खालसा वाहेगुरु जी की फतेह। गुरु प्यारिओ, एक बार श्री गुरु नानक देव जी महाराज भाई बाला जी ਅਤੇ भाई मरदाना जी ਨੂੰ ਆਪਣੇ ਨਾਲ ਲੈ ਕੇ ਯਾਤਰਾ ਤੇ ਚੱਲ ਪਏ। ਚਲਦੇ ਚਲਦੇ भाई मरदाने जी ने कहा, गुरु जी ਆਪਾਂ बहुत दूर आ गए हाँ ਤੇ ਕਾਫੀ ਵਕਤ ਹੋ ਗਿਆ ਹੈ। ਮੈਨੂੰ ਹੁਣ ਭੁੱਖ ਅਤੇ ਪਿਆਸ ਬਹੁਤ ਲੱਗੀ ਹੈ। ਮੈਨੂੰ ਨੇੜੇ ਹੀ ਕਿਸੇ ਦੇ ਘਰ ਜਾਣ ਦੀ ਆਗਿਆ ਦਿਓ ਤੇ ਮੈਂ ਉੱਥੇ ਜਾ ਕੇ ਆਪਣੀ ਭੁੱਖ ਅਤੇ ਪਿਆਸ ਮਿਟਾ ਸਕਾਂ। ਤਦ ਗੁਰੂ ਮਹਾਰਾਜ ਜੀ ਨੇ ਕਿਹਾ, ਭਾਈ ਮਰਦਾਨਿਆ, ਆਪਾਂ ਜ਼ਿਆਦਾ ਦੂਰ ਨਹੀਂ ਪਹੁੰਚੇ ਹਾਂ। ਇਹ ਆਪਣਾ ਹੀ ਖੇਤਰ ਹੈ। ਤੂੰ ਪੜੋਸ ਦੇ ਪਿੰਡ ਵਿੱਚ ਜਾ ਕੇ ਕਹੀਂ ਕਿ ਮੈਂ ਨਾਨਕ ਦਾ ਸਿੱਸੇ ਹਾਂ, ਉਹ ਮੇਰੇ ਨਾਲ ਹੈ। ਅਸੀਂ ਹਰਿਦੁਆਰ ਜਾ ਰਹੇ ਹਾਂ। ਸਾਨੂੰ ਇਸੇ ਸਮੇਂ ਭੋਜਨ ਚਾਹੀਦਾ ਹੈ। ਤਦ ਭਾਈ ਮਰਦਾਨਾ ਜੀ ਗੁਰੂ ਨਾਨਕ ਜੀ ਦੀ ਆਗਿਆ ਲੈ ਕੇ ਨਾਲ ਦੇ ਪਿੰਡ ਵਿੱਚ ਚਲਾ ਗਿਆ ਤੇ ਲੋਕਾਂ ਨੂੰ ਜਾ ਕੇ ਕਿਹਾ ਕਿ ਮੈਨੂੰ ਭੋਜਨ ਕਰਾ ਦਿਓ, ਮੈਂ ਗੁਰੂ ਨਾਨਕ ਦੇਵ ਜੀ ਦਾ ਸਿੱਸੇ ਹਾਂ। ਤਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਸੁਣ ਕੇ ਸਾਰਿਆਂ ਨੇ ਭਾਈ ਮਰਦਾਨੇ ਜੀ ਦਾ ਬਹੁਤ ਆਦਰ ਸਤਿਕਾਰ ਕੀਤਾ ਅਤੇ ਭੋਜਨ ਛਕਾ ਕੇ ਬਹੁਤ ਸਾਰੀਆਂ ਵਸਤੂਆਂ ਉਪਹਾਰ ਸਰੂਪ ਭਾਈ ਮਰਦਾਨੇ ਜੀ ਨੂੰ ਦਿੱਤੀਆਂ। ਗੁਰੂ ਪਿਆਰਿਓ, ਇਹ ਸਾਰੀਆਂ ਵਸਤੂਆਂ ਅਤੇ ਕੱਪੜੇ ਇਕੱਠੇ ਕਰਕੇ ਭਾਈ ਮਰਦਾਨੇ ਨੇ ਆਪਣੇ ਸਿਰ ਤੇ ਗੱਠੜ ਬਣਾ ਕੇ ਰੱਖ ਲਿਆ ਤੇ ਗੁਰੂ ਜੀ ਦੇ ਪਾਸ ਪਹੁੰਚ ਗਏ ਅਤੇ ਕਹਿਣ ਲੱਗੇ, ਆਪ ਜੀ ਦੀ ਆਗਿਆ ਦੇ ਨਾਲ ਜਦੋਂ ਮੈਂ ਪਿੰਡ ਵਿੱਚ ਪਹੁੰਚਿਆ ਤਾਂ ਆਪ ਦਾ ਨਾਂ ਸੁਣ ਕੇ ਲੋਕਾਂ ਨੇ ਪ੍ਰਸੰਨ ਹੋ ਕੇ ਮੇਰਾ ਅਤਿਥੀ ਸਤਿਕਾਰ ਕੀਤਾ ਅਤੇ ਇਹ ਵਸਤੂਆਂ ਆਪ ਜੀ ਦੇ ਵਾਸਤੇ ਭੇਜੀਆਂ ਹਨ। ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੀ ਛੋਟੀ ਬੁੱਧੀ ਵੇਖ ਕੇ ਹੱਸ ਪਏ ਤੇ ਕਹਿਣ ਲੱਗੇ, ਭਾਈ ਮਰਦਾਨਾ ਜੀ, ਤੁਸੀਂ ਦੱਸੋ ਅਸੀਂ ਇਹਨਾਂ ਵਸਤੂਆਂ ਦਾ ਕੀ ਕਰਾਂਗੇ? ਅਗਰ ਸਾਨੂੰ ਵਸਤੂਆਂ ਨਾਲ ਹੀ ਮੋਹ ਹੁੰਦਾ ਤਾਂ ਅਸੀਂ ਮੋਦੀ ਖਾਨੇ ਦੀ ਨੌਕਰੀ ਹੀ ਕਿਉਂ ਛੱਡਦੇ? ਉੱਥੇ ਸਾਨੂੰ ਕਿਹੜੀਆਂ ਵਸਤੂਆਂ ਦੀ ਕਮੀ ਸੀ? ਤਦ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ, ਗੁਰੂ ਜੀ ਆਪ ਠੀਕ ਕਹਿੰਦੇ ਹੋ, ਮੈਂ ਛੋਟੀ ਬੁੱਧੀ ਵਾਲਾ ਹਾਂ, ਮੈਨੂੰ ਮਾਫ ਕਰ ਦਿਓ, ਪਰ ਹੁਣ ਮੈਂ ਇਹਨਾਂ ਵਸਤੂਆਂ ਦਾ ਕੀ ਕਰਾਂ? ਤਾਂ ਗੁਰੂ ਜੀ ਨੇ ਕਿਹਾ, ਭਾਈ ਮਰਦਾਨਿਆ, ਇਹਨਾਂ ਵਸਤੂਆਂ ਨੂੰ ਤੂੰ ਇੱਥੇ ਹੀ ਛੱਡ ਦੇ। ਮਰਦਾਨਾ ਕਹਿੰਦਾ, ਗੁਰੂ ਜੀ ਕਹਿੰਦੇ ਤਾਂ ਆਪ ਠੀਕ ਹੋ, ਪਰ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਇਹਨਾਂ ਅਨਮੋਲ ਉਪਹਾਰਾਂ ਨੂੰ ਇੱਥੇ ਹੀ ਛੱਡ ਦੇਵਾਂ। ਫਿਰ ਗੁਰੂ ਜੀ ਨੇ ਕਿਹਾ, ਠੀਕ ਹੈ, ਜਿਸ ਤਰ੍ਹਾਂ ਤੁਹਾਡਾ ਦਿਲ ਕਰਦਾ ਹੈ ਉਸੇ ਤਰ੍ਹਾਂ ਹੀ ਕਰੋ, ਪਰੰਤੂ ਆਪਾਂ ਤਾਂ ਅੱਗੇ ਆਪਣੇ ਟਿਕਾਣੇ 'ਤੇ ਚੱਲਣਾ ਹੈ। ਤਦ ਮਰਦਾਨਾ ਜੀ ਕਹਿੰਦਾ, ਠੀਕ ਹੈ ਗੁਰੂ ਜੀ, ਮੈਂ ਇਹਨਾਂ ਵਸਤੂਆਂ ਨੂੰ ਲੈ ਕੇ ਆਪ ਦੇ ਪਿੱਛੇ ਪਿੱਛੇ ਚੱਲਦਾ ਹਾਂ। ਗੁਰੂ ਪਿਆਰਿਓ, ਹੁਣ ਭਾਈ ਮਰਦਾਨਾ ਜੀ ਗੁਰੂ ਜੀ ਦੇ ਪਿੱਛਾ ਪਿੱਛਾ ਚੱਲਣ ਲੱਗ ਪਏ, ਪਰੰਤੂ ਛੇਤੀ ਹੀ ਭਾਰ ਨਾਲ ਥੱਕ ਗਏ, ਜਿਸ ਨਾਲ ਗੁਰੂ ਜੀ ਨੂੰ ਰੁਕਣ ਵਾਸਤੇ ਆਵਾਜ਼ਾਂ ਦੇਣ ਲੱਗ ਪਏ। ਤਦ ਗੁਰੂ ਜੀ ਨੇ ਕਿਹਾ, ਭਾਈ ਮਰਦਾਨੇ, ਹਾਲੇ ਵੀ ਟਾਈਮ ਹੈ, ਮਾਇਆ ਦਾ ਮੋਹ ਤਿਆਗ ਦਿਓ, ਇਹਨੂੰ ਇੱਥੇ ਹੀ ਸੁੱਟ ਦਿਓ ਤੇ ਆਰਾਮ ਨਾਲ ਸਾਡੇ ਨਾਲ ਚੱਲੋ। ਪਰ ਭਾਈ ਮਰਦਾਨੇ ਜੀ ਨੇ ਲਾਲਚ ਵਸ ਕੁਝ ਵਸਤੂਆਂ ਸੁੱਟ ਦਿੱਤੀਆਂ ਤੇ ਬਾਕੀ ਵਸਤੂਆਂ ਨੂੰ ਲੈ ਕੇ ਫਿਰ ਚੱਲ ਪਿਆ। ਹੁਣ ਭਾਰ ਵੀ ਘਟ ਗਿਆ ਸੀ, ਇਸ ਵਾਸਤੇ ਭਾਈ ਮਰਦਾਨਾ ਜੀ ਆਰਾਮ ਨਾਲ ਗੁਰੂ ਜੀ ਦੇ ਨਾਲ ਚੱਲਣ ਲੱਗ ਪਿਆ, ਪਰੰਤੂ ਕੁਝ ਦੂਰ ਜਾਣ ਤੋਂ ਬਾਅਦ ਫਿਰ ਭਾਈ ਮਰਦਾਨਾ ਜੀ ਪਿੱਛੇ ਰਹਿ ਗਿਆ ਅਤੇ ਥੱਕ ਗਿਆ, ਜਿਹਨੂੰ ਵੇਖ ਕੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਦੁਬਾਰਾ ਕਿਹਾ, ਭਾਈ ਮਰਦਾਨਿਆ, ਇਸ ਭਾਰ ਨੂੰ ਸੁੱਟੋ,
ਇਹ ਮਾਇਆ ਜਾਲ ਹੈ। ਜਦੋਂ ਤੱਕ ਇਹਨੂੰ ਸੱਟੋਗੇ ਨਹੀਂ ਉਦੋਂ ਤੱਕ ਪਰੇਸ਼ਾਨੀਆਂ ਦਾ ਵਜ਼ਨ ਤੁਹਾਡੇ ਸਿਰ ਤੇ ਰਹੇਗਾ ਤੇ ਤੁਸੀਂ ਐਵੇਂ ਹੀ ਪਰੇਸ਼ਾਨ ਰਹੋਗੇ। ਇੱਕ ਵਾਰ ਸਾਡੀ ਗੱਲ ਮੰਨ ਕੇ ਤਾਂ ਦੇਖੋ। ਗੁਰੂ ਪਿਆਰਿਓ, ਤਦ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੀ ਆਗਿਆ ਮੰਨ ਕੇ ਸਾਰੀਆਂ ਵਸਤੂਆਂ ਸੁੱਟ ਦਿੱਤੀਆਂ ਤੇ ਖਾਲੀ ਹੱਥ ਵਿੱਚ ਰਵਾਬ ਲੈ ਕੇ ਗੁਰੂ ਜੀ ਦੇ ਪਿੱਛਾ ਚੱਲ ਪਏ। ਹੁਣ ਭਾਈ ਮਰਦਾਨੇ ਜੀ ਨੂੰ ਭਾਰੀ ਭਰਕਮ ਸਮਾਨ ਦੀ ਸਮੱਸਿਆ ਨਹੀਂ ਸੀ। ਹੁਣ ਉਹ ਆਰਾਮ ਨਾਲ ਗੁਰੂ ਜੀ ਦੇ ਨਾਲ ਚੱਲ ਰਹੇ ਸੀ। ਇਸ ਤਰ੍ਹਾਂ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਸਮਝਾਉਂਦੇ ਹੋਏ ਕਿਹਾ, ਭਾਈ ਮਰਦਾਨਿਆਂ, ਵਾਸਤਵ ਵਿੱਚ ਇਹ ਸੰਸਾਰ ਇਸ ਮਾਇਆ ਦਾ ਭਾਰ ਬਿਨਾਂ ਵਜ੍ਹਾ ਹੀ ਆਪਣੇ ਸਿਰ ਤੇ ਚੁੱਕੀ ਫਿਰਦਾ ਹੈ, ਜਿਸ ਨਾਲ ਉਹ ਕਦਮ ਕਦਮ ਤੇ ਥੱਕ ਜਾਂਦਾ ਹੈ ਪਰ ਐਵੇਂ ਹੀ ਪਰੇਸ਼ਾਨ ਹੈ, ਲੇਕਿਨ ਮੋਹਵਸ ਤਿਆਗ ਨਹੀਂ ਕਰ ਪਾਉਂਦਾ। ਜੀਵਨ ਵਿੱਚ ਆਨੰਦ ਨਾਲ ਨਹੀਂ ਰਹਿ ਸਕਦਾ। ਵਾਸਤਵ ਵਿੱਚ ਮਾਇਆ ਦੇ ਮੋਹ ਜਾਲ ਨੂੰ ਤੋੜ ਕੇ ਜੀਵਨ ਗੁਜ਼ਾਰਨਾ ਬੜਾ ਮੁਸ਼ਕਿਲ ਹੈ। ਤਦ ਭਾਈ ਮਰਦਾਨਾ ਜੀ ਨੇ ਕਿਹਾ, ਗੁਰੂ ਜੀ ਤੁਸੀਂ ਸਹੀ ਕਹਿੰਦੇ ਹੋ, ਪਰੰਤੂ ਮੈਂ ਅਲਪ ਬੁੱਧੀ ਦਾ ਹਾਂ, ਮੈਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ। ਆਪ ਕਿਰਪਾ ਕਰਕੇ ਮੈਨੂੰ ਸਹੀ ਤਰੀਕੇ ਨਾਲ ਦੱਸੋ ਤਾਂ ਮੈਂ ਸਭ ਕੁਝ ਸਮਝ ਜਾਵਾਂਗਾ। ਪਰ ਇਹ ਵੀ ਦੱਸੋ ਕਿ ਮਾਇਆ ਤੋਂ ਬਿਨਾਂ ਆਪਣਾ ਜੀਵਨ ਕਿਸ ਤਰ੍ਹਾਂ ਬਿਤਾਈਏ। ਪਿਆਰਿਓ, ਤਦ ਗੁਰੂ ਮਹਾਰਾਜ ਜੀ ਨੇ ਕਿਹਾ, ਭਾਈ ਮਰਦਾਨਿਆਂ, ਤੁਸੀਂ ਗੱਲ ਨੂੰ ਠੀਕ ਤਰ੍ਹਾਂ ਸਮਝਾ ਹੀ ਨਹੀਂ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਆਪਣੀ ਜ਼ਰੂਰਤਾਂ ਅਨੁਸਾਰ ਹੀ ਮਾਇਆ ਦਾ ਉਪਯੋਗ ਕਰਨਾ ਚਾਹੀਦਾ ਹੈ। ਮਾਇਆ ਨੂੰ ਇਕੱਠਾ ਕਰਨਾ, ਇਹ ਮਾਇਆ ਦਾ ਗੁਲਾਮ ਬਣਨਾ ਹੈ। ਜਿਵੇਂ ਤੁਸੀਂ ਬਿਨਾਂ ਜ਼ਰੂਰਤ ਤੋਂ ਵਸਤੂਆਂ ਦਾ ਭਾਰ ਆਪਣੇ ਸਿਰ ਤੇ ਚੁੱਕ ਲਿਆ ਸੀ, ਜਦੋਂ ਕਿ ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਨਵੇਂ ਵਸਤਰ ਧਾਰਨ ਕਰ ਲਏ ਸਨ। ਇਸ ਤੋਂ ਇਲਾਵਾ ਬਾਕੀ ਸਾਰੀ ਵਸਤੂਆਂ ਨੂੰ ਉੱਥੇ ਹੀ ਸੁੱਟ ਕੇ ਆ ਜਾਣਾ ਸੀ। ਨਵੇਂ ਵਸਤਰ ਪਾਉਣਾ ਇਹ ਤੁਹਾਡੀ ਜ਼ਰੂਰਤ ਸੀ, ਲੇਕਿਨ ਇਹ ਭਾਰ ਤਾਂ ਕੇਵਲ ਲਾਲਚ ਹੀ ਸੀ, ਤ੍ਰਿਸ਼ਨਾ ਸੀ ਜੋ ਤੁਹਾਨੂੰ ਦੁਖੀ ਕਰ ਰਹੀ ਸੀ। ਫਿਰ ਭਾਈ ਮਰਦਾਨਾ ਜੀ ਕਹਿੰਦੇ, ਗੁਰੂ ਜੀ, ਮੈਂ ਆਪ ਜੀ ਦੀ ਗੱਲ ਸਮਝ ਰਿਹਾ ਹਾਂ। ਹੇ ਗੁਰੂ ਜੀ, ਤੁਸੀਂ ਇਸੇ ਤਰ੍ਹਾਂ ਮੈਨੂੰ ਸਮੇਂ-ਸਮੇਂ ਨਾਲ ਸਮਝਾਉਂਦੇ ਰਿਹਾ ਕਰੋ, ਕਿਉਂਕਿ ਮੈਂ ਆਪਣੀ ਛੋਟੀ ਬੁੱਧੀ ਨਾਲ ਪੈਰ ਤੇ ਭੁਲੇਖੇ ਵਿੱਚ ਨਾ ਪੈ ਜਾਵਾਂ। ਪਰ ਤੁਸੀਂ ਇਹ ਦੱਸੋ ਕਿ ਅਸਲ ਵਿੱਚ ਮਾਇਆ ਕੀ ਹੈ। ਤਦ ਗੁਰੂ ਮਹਾਰਾਜ ਨੇ ਕਿਹਾ, ਭਾਈ ਮਰਦਾਨਾ ਜੀ, ਉਹ ਸਾਰੀਆਂ ਵਸਤੂਆਂ ਮਾਇਆ ਹੀ ਹੈ ਜਿਨ੍ਹਾਂ ਨੂੰ ਪਾਉਣ ਵਾਸਤੇ ਦਿਲ ਵਿੱਚ ਲਾਲਸਾ ਪੈਦਾ ਹੁੰਦੀ ਹੈ। ਇਸ ਮਾਇਆ ਦਾ ਬਹੁਤ ਵੱਡਾ ਰੂਪ ਹੈ। ਪਤਨੀ, ਬੱਚੇ, ਘਰ, ਮਕਾਨ, ਜ਼ਮੀਨ, ਜਾਇਦਾਦ। ਮਤਲਬ ਇਹ ਹੈ ਕਿ ਸਾਰੀ ਮਾਇਆ ਦਾ ਹੀ ਰੂਪ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਅਸੀਂ ਆਪਣੀ ਇੱਛਾ ਕਰਦੇ ਹਾਂ, ਪਰ ਅਸੀਂ ਇਹਦਾ ਪ੍ਰਯੋਗ ਜ਼ਰੂਰਤ ਅਨੁਸਾਰ ਸੰਤੋਸ਼ੀ ਹੋ ਕੇ ਕਰੀਏ ਤਾਂ ਇਹ ਮਾਇਆ ਮਨੁੱਖ ਦੀ ਦਾਸੀ ਬਣ ਕੇ ਸੇਵਾ ਕਰਦੀ ਹੈ। ਕਿੰਤੂ ਅਸੀਂ ਲੋਕ ਤਾਂ ਬਿਨਾਂ ਜ਼ਰੂਰਤ ਤੋਂ ਲਾਲਚ ਵਿੱਚ ਫਸ ਕੇ ਇਹਨੂੰ ਇਕੱਠਾ ਕਰਨ ਦਾ ਯਤਨ ਕਰਦੇ ਹਾਂ, ਜਿਸ ਨਾਲ ਅਸੀਂ ਦੁਖੀ ਹੋ ਜਾਂਦੇ ਹਾਂ ਤੇ ਸਾਡਾ ਜੀਵਨ ਦੁਖੀ ਹੋ ਜਾਂਦਾ ਹੈ, ਕਿਉਂਕਿ ਤ੍ਰਿਸ਼ਨਾ ਦੀ ਕੋਈ ਸੀਮਾ ਨਹੀਂ ਹੈ। ਇਹ ਠੀਕ ਉਸੇ ਤਰ੍ਹਾਂ ਕੰਮ ਕਰਦੀ ਹੈ ਜਿਸ ਤਰ੍ਹਾਂ ਅੱਗ ਲੱਕੜੀਆਂ ਨੂੰ ਸਾੜਦੀ ਹੈ। ਅੱਗ ਕਦੇ ਵੀ ਲੱਕੜੀਆਂ ਪਾਉਣ ਤੇ ਸ਼ਾਂਤ ਨਹੀਂ ਹੁੰਦੀ, ਉਹ ਤਾਂ ਵੱਧਦੀ ਹੀ ਜਾਂਦੀ ਹੈ। ਭਾਵੇਂ ਤੁਸੀਂ ਸੰਸਾਰ ਦੀਆਂ ਸਾਰੀਆਂ ਵਸਤੂਆਂ ਨੂੰ ਇਕੱਠਾ ਕਰ ਲਓ, ਪਰ ਤੁਸੀਂ ਇਹ ਹੀ ਦਿਲ ਵਿੱਚ ਸੋਚੋਗੇ ਕਿ ਇਹ ਫਲਾਣੀ ਚੀਜ਼ ਵੀ ਮੈਂ ਲੈ ਲਵਾਂ। ਗੁਰੂ ਪਿਆਰਿਓ, ਗੁਰੂ ਜੀ ਦੇ ਇਹ ਵਚਨ ਸੁਣ ਕੇ ਭਾਈ ਮਰਦਾਨਾ ਜੀ ਗੁਰੂ ਜੀ ਤੋਂ क्षमा ਮੰਗ ਕੇ ਕਹਿਣ ਲੱਗਾ, ਗੁਰੂ ਜੀ ਮੈਨੂੰ ਮਾਫ ਕਰ ਦਿਓ। ਫਿਰ ਗੁਰੂ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ
ਆਪਣੇ ਨਾਲ ਲੈ ਕੇ ਹਰਿਦੁਆਰ ਵੱਲ ਆਪਣੀ ਯਾਤਰਾ ਤੇ ਚੱਲ ਪਏ। ਸੋ ਸਾਧ ਸੰਗਤ ਜੀ, ਹੋਈਆਂ ਬੁੱਲਾਂ ਚੁੱਕਾਂ ਦੀ क्षमा ਬਖਸ਼ਣੀ। ਵੀਡੀਓ ਨੂੰ ਲਾਈਕ ਅਤੇ ਯਾਰਾਂ ਦੋਸਤਾਂ ਨਾਲ ਸਾਂਝਾ ਕਰਨਾ, ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ। ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।